बिस्मिल्लाहिर्रहमानिर्रहीम। ਅਸੀਂ ਇਸ ਟਾਈਮ ਮੌਜੂਦ ਹਾਂ ਜੀ ਸਿਵਲ ਹਸਪੀਟਲ ਜਲਾਲਪੁਰ ਜੱਟਾਂ ਦੇ ਬਾਹਰ। ਜਮਾਤ ਇਸਲਾਮੀ ਨੇ ਇਹ ਧਰਨਾ ਦਿੱਤੇ ਹੈ ਕਿ ਇੱਥੇ ਜਲਾਲਪੁਰ ਜੱਟਾਂ ਦੇ ਨਵਾਈ ਇਲਾਕਿਆਂ ਵਾਸਤੇ, ਜਲਾਲਪੁਰ ਜੱਟਾਂ ਵਾਸਤੇ ਇੱਥੇ ਜਨਾਬ ਤਹਿਸੀਲ ਹੈਡਕੁਆਟਰ ਬਣਨਾ ਚਾਹੀਦਾ, ਹਸਪੀਟਲ ਵੱਡਾ ਬਣਨਾ ਚਾਹੀਦਾ। ਉਸ ਹਵਾਲੇ ਨਾਲ ਅਸੀਂ ਡਾਕਟਰ ਮੁਦੱਬਰ ਸਾਹਿਬ ਸਾਡੇ ਕੋਲ ਮੌਜੂਦ ਨੇ, ਉਹਨਾਂ ਕੋਲ ਇਹਨਾਂ ਦੀ ਰਾਏ ਲਾਂਗੇ ਜਨਾਬ। अस्सलाम वालेकुम जी। वालेकुम सलाम व रहमतुल्लाह जी जनाब, की हाल ठीक ठाक हो? ਤੁਹਾਡੀ ਜਮਾਤ ਨੇ ਜਨਾਬ ਇਹ ਬੜਾ ਅੱਛਾ ਕਦਮ ਉਠਾਇਆ ਹੈ ਤੇ ਇਸ ਹਵਾਲੇ ਨਾਲ ਜਨਾਬ ਤੁਸੀਂ ਕੀ ਆਪਣੀ ਇਜ਼ਹਾਰ ਖਿਆਲ ਕਰਨਾ ਚਾਹੋਗੇ ਜਨਾਬ? बिस्मिल्लाह रहमान रहीम। सब तो पहले तो मैं थोड़ा शुक्रिया अदा करना वा। असल साडा जिहड़ा ना जलालपुर जट्टा तहसील हैडकुआटर हॉस्पिटल जी साडा मुतालबा जिहड़ा ने बड़ा मुदल्लल और दलील दे नाल है जी जी। और इहदे ते मैं ते बल्कि कई दफा प्रोग्राम आख बैठा वा कि भावें डिप्टी कमिश्नर साहब आ जाए, कमिश्नर आ जाए जी जी, वजारत सेहत तक वजीर आ जाए जी जी, और साडे साबका जिहड़े MP MN आ जान, वो साडे नाल बैठ के दलील नाल गल करन। ਅਸੀਂ ਨਾ ਕਿ ਸ਼ਬਦਾਬਾਜ਼ ਦੇ ਕਾਲ ਹੈ ਤੇ ਨਾਲ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਇਹ ਮੁਹਿੰਮ ਚਲਾਣੇ ਪਏ ਆ। ਇਹ 6 ਲੱਖ ਇਨਸਾਨਾਂ ਦਾ ਮਸਲਾ ਹੈ। ਸਾਦੀ ਜੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਜਿਹੜੇ ਸਮਝਦਾਰ ਬੰਦੇ ਨੂੰ ਸਮਝਣਗੇ, ਜਿਸ ਦਿਨ ਮੰਡੀ ਬਹਾਵਲ ਦੀ ਤਹਿਸੀਲ ਬਣੀ 93-94 ਵਿੱਚ, ਉਸੇ ਦਿਨ ਇੰਤਜ਼ਾਮੀਆ ਨੇ ਆਖਿਆ ਕਿ ਜਲਾਲਪੁਰ ਜੱਟਾਂ ਨੂੰ ਵੀ ਤਹਿਸੀਲ ਬਣਾਇਆ ਜਾਏ। ਜੀ ਜੀ। ਆਬਾਦੀ ਇਹਦੀ ਨਹੀਂ ਸੀ, ਪਰ ਸਾਡੇ ਤੇ ਲੀਡਰ ਦੇ ਬੰਦੇ ਆਏ ਨੇ, ਸਾਡੀ ਬਿਊਰੋਕ੍ਰੇਸੀ ਹੈ, ਉਹਨਾਂ ਦੀ ਨਲਾਇਕੀ ਹੈ ਕਿ ਉਹ 93-94 ਹੋਣੇ ਵਾਲਾ ਕੰਮ ਅੱਜ ਤੱਕ ਨਹੀਂ ਹੋਇਆ। ਫਿਰ ਜਿਹੜੇ ਨਾਲ ਗੱਲ ਨਾ ਕੀਤੀ 2002 ਦੇ ਵਿੱਚ ਰੈਵਨਿਊ ਬੋਰਡ ਖੁਦ ਚੀਫ ਪਿਆ, ਉਹਨੇ ਆਖਿਆ ਕਿ ਇੰਨੀ ਵੱਡੀ ਆਬਾਦੀ ਹੈ, ਇਹਨੂੰ ਤਰਜੀਹਾਂ ਬੁਨਿਆਦਾਂ ਦੇ ਉੱਤੇ ਤਹਿਸੀਲ ਬਣਾਇਆ ਜਾਏ। ਜੀ ਜੀ। ਬਣੀ ਅੱਜ ਤੱਕ ਨਹੀਂ, ਅੱਜ ਤੱਕ ਫੰਕਸ਼ਨਲ ਨਹੀਂ ਹੋਈ। 2013 ਚ ਮੈਨੂੰ ਯਾਦ ਪੈਂਦਾ ਕਿ ਸਭ ਤੋਂ ਪਹਿਲੇ ਅਸੀਂ ਇਸ ਮੁਹਿੰਮ ਦੇ ਬਾਅਦ ਬਣਾਈ ਕਿ ਤਹਿਸੀਲ ਬਣਾਇਆ ਜਾਏ ਦੀ ਆਬਾਦੀ। ਜੀ ਜੀ। ਇਹ ਤੁਸੀਂ ਪਹਿਲਾਂ ਮੈਨੂੰ ਸਾਰੇ ਜਲਾਲਪੁਰ ਜੱਟਾਂ ਦੇ ਲੋਕਾਂ ਕੋਲ ਮੇਰਾ ਸਵਾਲ ਹੈ, ਬਹੁਤ ਦੇ ਨੁਮਾਇੰਦੇ ਆ ਕੇ ਬਿਊਰੋਕ੍ਰੇਸੀ ਹੈ ਕਿ ਮੇਰਾ ਸਵਾਲ ਹੈ ਕਿ ਜਿਹੜਾ ਕੰਮ 30-35 ਸਾਲ ਪਹਿਲੇ ਹੋ ਜਾਣਾ ਚਾਹੀਦਾ ਸੀ, ਤਹਿਸੀਲ ਬਣ ਜਾਂਦੀ, ਤਹਿਸੀਲ ਹੈਡਕੁਆਟਰ ਹਸਪਤਾਲ ਹੁੰਦਾ, DMA ਹੁੰਦਾ, ਅਦਾਲਤਾਂ ਕਚਹਿਰੀਆਂ ਹੁੰਦੀਆਂ, AC ਦੇ ਦਫ਼ਤਰ ਹੁੰਦੇ, ਰਜਿਸਟਰਾਰ ਇੱਥੇ ਬੈਠੇ ਹੁੰਦੇ, ਬੇਸ਼ੁਮਾਰ ਸਮਰਾਟ 30-35 ਸਾਲਾਂ ਤੋਂ ਸਾਨੂੰ ਮਰਹੂਮ ਰੱਖਿਆ ਗਿਆ। ਸਾਡੇ ਮੈਰਿਟ ਦੀਆਂ ਧੱਜੀਆਂ ਉਡਾਈਆਂ ਗਈਆਂ। ਅੱਜ ਤੱਕ ਤੁਸੀਂ ਇਹਨਾਂ ਦੀ ਬੇਇੱਜ਼ਤੀ ਤੱਕ ਲਓ। ਇਹ ਜਮਾਤ ਇਸਲਾਮੀ ਕੋਈ ਕਿਸੇ ਖਾਸ ਸ਼ੋਹਰਤ ਔਰ ਕਾਜ ਵਾਸਤੇ ਕੰਮ ਨਹੀਂ ਕਰਦੀ ਪਈ। ਅਸੀਂ ਸਮਝਦੇ ਹਾਂ ਕਿ ਸ਼ਹਿਰ ਦਾ ਬੁਨਿਆਦੀ ਮਸਲਾ, ਕਈ ਸਾਲਾਂ ਤੋਂ ਅਸੀਂ ਇੱਥੇ ਕੰਮ ਕਰਨੇ ਪਏ ਔਰ ਅੱਜ ਅਸੀਂ ਸਮਝਦੇ ਹਾਂ ਕਿ ਕਿਸੇ ਨਾ ਕਿਸੇ ਨੂੰ ਤਾਂ ਕੋਈ ਪਲੇਟਫਾਰਮ ਦੇ ਰਿਹਾ ਨਾ ਆਵਾਮ ਨੂੰ। ਜਮਾਤ ਇਸਲਾਮੀ ਉਹ ਪਲੇਟਫਾਰਮ ਸ਼ਹਿਰ ਤੋਂ ਇਹ ਇਲਾਕਾ ਨੂੰ ਮੁਹੱਈਆ ਕਰਦੀ ਪਈ ਹੈ ਕਿ ਤੂੰ ਸਾਡੀ ਆਵਾਜ਼ ਨਾਲ ਆਵਾਜ਼ ਬੁਲਾਓ ਤਾਂ ਕਿ ਸਾਡੇ ਜਿਹੜੇ ਜਾਇਜ਼ ਆਵਾਜ਼ ਵਾਲੋਂ ਹੱਲ ਹੋਣ। ਮੇਰੇ ਨਾਲ ਵਾਅਦਾ ਕਰਕੇ ਗਏ ਨੇ ਜਲਾਲਪੁਰ ਜੱਟਾਂ ਦੀ ਜਮਾਤ ਇਸਲਾਮੀ ਦੇ ਦੋਵੇਦਾਰ ਦੇ ਨਾਲ। ਠੀਕ ਹੈ। DC ਸਾਹਿਬ ਦੀ ਬਿਆਨ ਦੇ ਉੱਤੇ ਸਿਹਤ ਦੇ ਜਿਹੜੇ ਆਲਾ ਅਧਿਕਾਰ ਨੇ, ਠੀਕ ਹੈ, ਕੋਈ ਵਾਅਦਾ ਕਰਕੇ ਗਏ ਕਿ ਅਗਲੇ 1.5 ਮਹੀਨੇ ਚ ਇਹ ਸਾਹਮਣੇ ਸਿਵਲ ਹਸਪਤਾਲੀ ਨਾਮੀ ਜਿਹੜੀ ਡਿਸਪੈਂਸਰੀ ਹੈ ਇਹ 20 ਬੈੱਡ ਦੇ ਉੱਤੇ ਤਹਿਸੀਲ ਲੈਵਲ ਬਣ ਜਾਏਗੀ। ਠੀਕ ਹੈ। ਔਰ ਇਸ ਤਰ੍ਹਾਂ ਹੀ ਟਰਾਮਾ ਸੈਂਟਰ ਦੀ ਜਿਹੜੀ ਬਿਲਡਿੰਗ ਹੈ ਮੇਰੇ ਖੱਬੇ ਪਾਸੇ ਬੰਦ ਪਈ ਹੈ, ਇਸ ਤੇ ਵੀ ਕੰਮ ਸ਼ੁਰੂ ਹੋ ਜਾਏਗਾ। ਠੀਕ ਹੈ। ਅਸੀਂ ਆਖਿਆ ਹੋ ਸ਼ਾਇਦ ਇਹਨੂੰ ਫੌਰੀ ਕਰੋ। ਠੀਕ ਹੈ। ਪਰ ਇਹ 20 ਬੈੱਡ ਜਾਂ 30 ਬੈੱਡ ਸਾਡਾ ਨਹੀਂ ਮਸਲਾ, ਸਾਡਾ ਮਸਲਾ 200 ਬੈੱਡ ਦਾ ਜਦੀਦ ਮਾਡਲ ਤਹਿਸੀਲ ਹੈਡਕੁਆਟਰ ਹਸਪਤਾਲ। ਗੱਲ ਲੰਮੀ ਹੁੰਦੀ ਪਈ ਹੈ, ਉਹ ਕਿਉਂ ਹੈ ਕਿ ਖਾਰੀਆ ਜਿਹੜੀ ਤਹਿਸੀਲ ਹੈ, ਤਹਿਸੀਲ ਖਾਰੀਆ ਦੇ ਅੰਦਰ ਤਹਿਸੀਲ ਹੈਡਕੁਆਟਰ ਹਸਪਤਾਲ ਮੌਜੂਦ ਹੈ, ਲਾਲੇ ਮੂਸੇ 2 ਤਹਿਸੀਲ ਲੈਵਲ ਹਸਪਤਾਲ ਮੌਜੂਦ ਨੇ, ਡਿੰਗੇ ਦੇ ਅੰਦਰ ਤਹਿਸੀਲ ਲੈਵਲ ਹਸਪਤਾਲ ਮੌਜੂਦ ਹੈ, ਯਾਨੀ ਇੱਕ ਤਹਿਸੀਲ ਦੇ ਅੰਦਰ 5 ਹਸਪਤਾਲ ਔਰ ਸਾਨੂੰ ਡਿਸਪੈਂਸਰੀ। ਠੀਕ ਹੈ। ਐਸਾ ਮਜ਼ਾਕ ਹੈ, ਇਹ ਮਜ਼ਾਕ ਮੈਂ ਸਮਝਦਾ ਵਾ ਉਹਨਾਂ ਸਾਡੇ ਨਾਲ ਨੁਮਾਇੰਦੇ ਕੀਤੇ ਆ ਜਿਹੜੇ ਜਹਿਲੀ ਤਰੀਕੇ ਦੇ ਨਾਲ ਸਾਡੇ। ਠੀਕ ਹੈ। ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਇਹ ਤੁਹਾਡੇ ਦਾਵਤ ਇਸਲਾਮੀ ਤੋਂ ਇਲਾਵਾ ਤੁਹਾਡੇ ਨਾਲ ਜਿਹੜੀਆਂ ਦੂਸਰੀਆਂ ਜਮਾਤਾਂ ਨੇ, ਸਮਝ ਲਓ ਪੋਲੀਟੀਕਲ ਜਿਹੜੀਆਂ ਨੇ, ਤੁਹਾਡੇ ਨਾਲ ਤਾਮਨ ਕਰ ਰਹੀਆਂ ਨੇ ਇਸ ਹਵਾਲੇ ਨਾਲ ਧਰਨੇ ਦੇ ਵਿੱਚ? ਬੇਸਿਕਲੀ ਸਾਡੀ ਤੇ ਮੈਂ ਪਹਿਲੇ ਜਿਹੜਾ ਗੱਲ ਕੀਤੀ, ਅਸੀਂ ਪੂਰੇ ਸ਼ਹਿਰ ਨੂੰ ਪਲੇਟਫਾਰਮ ਦਿੰਦੇ ਪਏ ਆ। ਜੀ ਜੀ। ਇਹ ਜਮਾਤ ਨੋਨ ਜਾਂ PTI ਦਾ ਕੋਈ ਮਸਲਾ ਨਹੀਂ, ਸਾਡੇ ਪੂਰੇ ਸ਼ਹਿਰ ਦਾ ਪਲੇਟਫਾਰਮ ਦਿੰਦੇ ਪਏ। ਅਸੀਂ ਵੀ ਸ਼ਹਿਰਦਾਰ ਆ, ਅਸੀਂ ਵੀ ਸ਼ਹਿਰ ਦੇ ਇੱਕ ਨੁਮਾਇੰਦੇ ਆ, ਇੱਕ ਵਰਕਰ ਆ। ਜੀ ਜੀ। ਫਿਰ ਕਿਸੇ ਜਮਾਤ ਨੇ ਅੱਗੇ ਵੱਧ ਕੇ ਪਲੇਟਫਾਰਮ ਦੇ ਰਿਹਾ। ਜੀ ਜੀ। ਸੁਬਹ ਇਸ ਮਸਲੇ ਦੇ ਉੱਤੇ ਸਾਹਿਬ ਮੌਜੂਦ ਨੇ, ਮੁਹਿੰਮ ਚਲਾਉਂਦੇ ਪਏ ਨੇ ਰੋਡ ਵਾਸਤੇ 4 ਸਾਲ ਬਾਅਦ। ਜੀ ਜੀ ਜੀ। ਉਸ ਮਸਲੇ ਵਾਸਤੇ ਤਹਿਸੀਲ ਹੈਡਕੁਆਟਰ ਹਸਪਤਾਲ ਵਾਸਤੇ ਜਿਹੜਾ ਹੀ 20 ਪਾਰਟੀ ਸਾਨੂੰ ਦਾਵਤ ਦੇ ਨੁਮਾਇੰਦਾ ਦੇ, ਅਸੀਂ ਉੱਥੇ 10 ਦਿਨ ਪੈਰਸ ਨੂੰ ਤਿਆਰ ਆ। ਸਾਡਾ ਮਸਲਾ ਨਹੀਂ ਹੈ। ਜੀ ਜੀ। ਗੱਲ ਪੂਰੀ ਕੌਮ ਦਾ ਮਸਲਾ। ਇਹਦੇ ਬਸ ਜਿਹੜਾ ਵੀ ਬਾਜ਼ ਉਠਾਏਗਾ ਐਪਰੀਸ਼ੀਏਟ ਹੈ। ਠੀਕ ਹੈ। ਅਸੀਂ ਇਸ ਤੋਂ ਬਾਅਦ ਜਨਾਬ ਇਹ ਸਾਬਕਾ ਉਮੀਦਵਾਰ ਨੇ ਸੂਬਾਈ ਅਸੈਂਬਲੀ ਚੌਧਰੀ ਅਨਸ ਮਜੈਦ ਸਾਹਿਬ, ਇਹਨਾਂ ਕੋਲ ਵੀ ਜਨਾਬ ਅਸੀਂ ਇਹਨਾਂ ਦੀ ਰਾਏ ਲਾਂਗੇ ਕਿ ਇਹ ਆਪਣੀ ਰਾਏ ਦਾ ਇਜ਼ਹਾਰ ਕਰਨ ਜਨਾਬ ਇਸ ਧਰਨੇ ਦੇ ਹਵਾਲੇ ਨਾਲ। ਜਨਾਬ जी अस्सलाम वालेकुम। जी वालेकुम जी भाई बहुत शुक्रिया, तुम तशरीफ ले आए हो।
ਦੇਖੋ ਇਹ ਸ਼ਹਿਰ ਦਾ ਦੁਖਦਾ ਮਸਲਾ ਹੈ, ਸਭ ਤੋਂ ਵੱਡਾ ਮਸਲਾ ਹੈ। ਜੀ ਜੀ ਅਸੀਂ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਜਮਾਤ ਇਸਲਾਮੀ ਨੇ ਇੱਥੇ ਧਰਨਾ ਦਿੱਤਾ ਸੀ 45 ਦਿਨ ਦਾ। ਉਹਦੇ ਵਿੱਚ ਤੇ ਅਸੀਂ ਇਹ ਮੁਤਾਲਬਾ ਕੀਤਾ ਸੀ ਕਿ ਇਸ ਸ਼ਹਿਰ ਦੀ ਇਸ ਤਹਿਸੀਲ ਦੀ ਜ਼ਰੂਰਤ ਹੈ ਕਿ ਇੱਥੇ ਤਹਿਸੀਲ ਹੈਡਕੁਆਟਰ ਹਸਪੀਟਲ ਹੋਵੇ। ਜੀ ਜੀ ਔਰ ਲੇਕਿਨ ਸੂਰਤ ਹਾਲ ਐਸੀ ਕਿ ਇਸ ਡਿਸਪੈਂਸਰੀ ਵਿੱਚ ਜਿੱਥੇ 14 ਸੀਟਾਂ ਨੇ ਸਿਰਫ 5 ਡਾਕਟਰ ਜੀ ਜੀ ਔਰ ਇੰਨੀ ਮਿਹਨਤ ਔਰ ਮੁਸ਼ੱਕਤ ਤੋਂ ਬਾਅਦ ਇੰਨੇ ਜ਼ਿਆਦਾ ਦਿਨ ਧਰਨਾ ਦੇਣ ਤੋਂ ਬਾਅਦ ਅਸੀਂ ਬਮੁਸ਼ਕਲ ਡਾਕਟਰ ਪੂਰੇ ਕਰਾ ਪਾਏ। ਇਹ ਜੀ ਗੱਲ ਇਹ ਬੁਨਿਆਦੀ ਤੌਰ ਤੇ ਸਾਡੀ ਇੰਤਜ਼ਾਮੀਆ, ਸਾਡੀ ਬਿਊਰੋਕ੍ਰੇਸੀ, ਸਾਡੇ ਜਿਹੜੇ ਫਾਰਮ 47 ਤੇ ਜੈਲੀ ਨੁਮਾਇੰਦੇ, ਇਹਨਾਂ ਦੀ ਬੇਇੱਜ਼ਤੀ ਦੀ ਵਜ੍ਹਾ ਤੋਂ ਬੇਇੱਜ਼ਤੀ ਦੀ ਵਜ੍ਹਾ ਇਹ ਸਾਰਾ ਕੁਝ ਹੁੰਦਾ ਹੈ। ਆਵਾਮ ਦੇ ਹਕੂਕ ਜਿਹੜੇ ਨੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਰਦੇ ਰਵਾਂਗੇ। ਔਰ ਫਿਰ ਹੁਣ ਅਸੀਂ ਡਾਕਟਰ ਸਾਹਿਬ ਦੀ ਕਿਆਦਤ ਵਿੱਚ, ਮੁਦੱਬਰ ਸਾਹਿਬ ਦੀ ਕਿਆਦਤ ਵਿੱਚ ਤਹਿਸੀਲ ਹੈਡਕੁਆਟਰ ਹਸਪੀਟਲ ਜਿਹੜਾ ਇਸ ਸ਼ਹਿਰ ਦਾ ਅਸਲ ਔਰ ਜੈਨੂਇਨ ਮੁਤਾਲਬਾ ਹੈ ਉਹਦੇ ਵਾਸਤੇ ਜਿੱਦੋਜਹਿਦ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਔਰ ਇਨਸ਼ਾਅੱਲਾ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਦੀ ਕਿਆਦਤ ਵਿੱਚ ਅਸੀਂ ਬਿਲਕੁਲ ਆਰਾਮ ਨਾਲ ਚੈਨ ਨਾਲ ਨਹੀਂ ਪਵਾਂਗੇ ਜਦੋਂ ਤੱਕ ਇਸ ਸ਼ਹਿਰ ਦਾ ਬੁਨਿਆਦੀ ਬਿਲਕੁਲ ਸਾਰਿਆਂ ਦਾ ਹੱਕ ਹੈ ਜਨਾਬ, ਕਿਉਂ ਨਹੀਂ। ਔਰ ਫਿਰ ਜਮਾਤ ਇਸਲਾਮੀ ਦੇਖੋ ਅਸੀਂ ਅਵਾਮੀ ਹਕੂਕ ਦੀ ਜਿੱਦੋਜਹਿਦ ਕਰ ਰਹੇ ਹਾਂ। ਇਸ ਟਾਈਮ ਮਸਲਾ ਹੈ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਮੁਲਕੀ ਸਤਹ ਤੇ, ਸੂਬਾਈ ਸਤਹ ਤੇ, ਮੁਕਾਮੀ ਸਤਹ ਤੇ, ਕਿਸੇ ਨੂੰ ਅਵਾਮ ਦੇ ਹਕੀਕੀ ਮਸਾਇਲ ਨਾਲ ਕੋਈ ਗਰਜ਼ ਨਹੀਂ। ਸਭ ਆਪਣੀ ਆਪਣੀ ਸਿਆਸਤਾਂ 'ਚ ਲੱਗੇ ਨੇ। ਔਰ ਪੂਰਾ ਦਾ ਪੂਰਾ ਸਾਡਾ ਸੂਬਾ ਖਾਸ ਤੌਰ ਤੇ ਬਿਊਰੋਕ੍ਰੇਸੀ ਦੀ ਰਹਿਮ ਕਰਮ ਤੇ ਛੱਡ ਦਿੱਤਾ ਗਿਆ। ਔਰ ਬਿਊਰੋਕ੍ਰੇਸੀ ਕੀ ਚੀਜ਼ ਹੈ? ਬਿਊਰੋਕ੍ਰੇਸੀ ਤੇ ਅਫਸਰਸ਼ਾਹੀ ਦਾ ਨਿਜ਼ਾਮ ਹੈ ਜਿਹੜਾ ਉਹਨੇ ਬਣਾਇਆ ਸੀ ਅੰਗਰੇਜ਼ ਨੇ। ਅੰਗਰੇਜ਼ ਬਣਾ ਕੇ ਦੇ ਗਿਆ, ਅਸੀਂ ਅੱਜ ਤੱਕ ਉਹਨੂੰ ਚਲਾਉਂਦੇ ਪਏ ਔਰ ਸਾਡੇ ਤੇ ਹਾਕਮ ਬਣ ਕੇ ਬੈਠੇ ਨੇ। ਔਰ ਉਹਦੀ ਵਜ੍ਹਾ ਤੋਂ ਇਹ ਸਾਰੇ ਮਸਾਇਲ ਨੇ। ਅਸੀਂ ਦੇਖੋ ਕੜੀਆਂ ਵਾਲਾ ਰੋਡ ਦਾ ਤੁਸੀਂ ਪਰਸੋਂ ਵੇਖਿਆ ਹੋਣਾ, ਅਸੀਂ ਇhtਜਾਜ ਕੀਤਾ। ਕੜੀਆਂ ਵਾਲਾ ਰੋਡ 4 ਸਾਲ ਹੋ ਗਏ, ਪੱਥਰ ਪਾ ਕੇ ਇੰਤਜ਼ਾਮੀਆ ਨਸ ਗਈ। ਵੀ ਇਸ ਤਰ੍ਹਾਂ ਵੀ ਕਦੇ ਕਿਰੇ ਹੋਇਆ ਕਿ ਪੱਥਰ ਪਾ ਕੇ ਬੇਇੱਜ਼ਤੀ ਦੀ ਇੰਤਹਾ ਤੇ ਉਹ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰਦੀ ਹੈ, ਕਦੇ ਲੋਕਾਂ ਚ ਜਾ ਕੇ ਵੇਖੋ। ਅਸੀਂ ਉਹਨਾਂ ਦੀ ਆਵਾਜ਼ ਬਣੇ ਆ, ਇਸ ਮਸਲੇ ਨੂੰ ਅਸੀਂ ਉਠਾਇਆ ਹੈ। ਇਸ ਪੂਰੇ ਇਲਾਕੇ 'ਚ ਇਨਸ਼ਾਅੱਲਾ ਅਸੀਂ ਸਾਰੇ ਅਵਾਮੀ ਮਸਾਇਲ ਤੇ ਕੋਸ਼ਿਸ਼ ਕਰਾਂਗੇ, ਜਿੱਦੋਜਹਿਦ ਕਰਾਂਗੇ। ਔਰ ਤੁਹਾਡੇ ਜੈਸੇ ਜਿਹੜੇ ਭਾਈ ਦੋਸਤ ਜਦੋਂ ਸਾਨੂੰ ਸਪੋਰਟ ਕਰਦੇ ਨੇ, ਚੱਲਦੇ ਨੇ, ਤੇ ਫੇਰ ਹੀ ਤਾਕਤ ਬਣਦੀ ਹੈ। ਫੇਰ ਹੀ ਸਾਨੂੰ ਵੀ ਹੌਸਲਾ ਹੁੰਦਾ ਹੈ। ਅਸੀਂ ਬੇਲੋਸ ਖਿਦਮਤ ਕਰ ਰਹੇ ਹਾਂ ਜਲਾਲਪੁਰ ਜੱਟਾਂ ਦੀ। ਅਸਲ ਗੱਲ ਹੈ ਕਿ ਇਹ ਸਾਰੇ ਦੋਸਤ ਕਰਦੇ ਨੇ, ਫਿਰ ਮਸਾਇਲ। ਇਸ ਤੋਂ ਬਾਅਦ ਪਾਕਿਸਤਾਨ ਤਰੀਕ ਇਨਸਾਫ ਦੇ ਸੀਨੀਅਰ ਰਹਿਨੁਮਾ ਜਨਾਬ ਚੌਧਰੀ ਸ਼ਹਜ਼ਾਦ ਸਾਹਿਬ ਵੀ ਇਸ ਧਰਨੇ ਦੇ ਵਿੱਚ ਮੌਜੂਦ ਨੇ। ਉਹ ਆਪਣੀ ਰਾਏ ਦਾ ਇਜ਼ਹਾਰ ਕਰਨ ਜਨਾਬ ਕਿ ਇਸ ਧਰਨੇ ਦੇ ਹਵਾਲੇ ਨਾਲ, ਇਸ ਤਹਿਸੀਲ ਹੈਡਕੁਆਟਰ ਦੇ ਹਵਾਲੇ ਨਾਲ ਇਜ਼ਹਾਰ ਖਿਆਲ ਕਰੋ ਜੀ। ਦੇਖੋ ਜੀ ਮੇਰ ਸਾਹਿਬ, ਬੜੀ ਅੱਛੀ ਇਹਨਾਂ ਦੀ ਕਾਵਿਸ਼ ਹੈ। ਆਪਣਾ ਜਮਾਤ ਇਸਲਾਮੀ ਦੀ, ਆਪਣਾ ਹੰਸ ਮੁਜੈਦ ਸਾਹਿਬ ਆਪਣਾ ਬੜੇ ਇੱਕ ਜ਼ਿੰਮੇਦਾਰ ਸ਼ਖਸੀਅਤ ਨੇ। ਜੀ ਤੇ ਉਸ ਤੋਂ ਬਾਅਦ ਡਾਕਟਰ ਮੁਤੱਬਰ ਸਾਹਿਬ ਨੇ। ਅਸੀਂ ਇਹਨਾਂ ਦੇ ਬਿਆਨੀਏ ਦੇ ਨਾਲ ਆਪਣਾ ਸ਼ਾਨਾ ਬਿਸ਼ਾਨਾ ਖਲੋਤੇ ਆ। ਜਲਾਲਪੁਰ ਜੱਟਾਂ ਦੀ ਜਿਹੜੀ ਆਵਾਮ ਹੈ ਨਾ ਜੀ, ਇਹਨਾਂ ਦੇ ਬੁਨਿਆਦੀ ਹਕੂਕ ਵਾਸਤੇ ਬੈਠੇ ਨੇ, ਕੋ ਆਪਣੇ ਜ਼ਾਤੀ ਮਫਾਦਾਤ ਵਾਸਤੇ ਨਹੀਂ ਬੈਠੇ। ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਭਾਈਜਾਨ ਇੰਤਜ਼ਾਮੀਆ ਨੂੰ ਚਾਹੀਦਾ, ਜਿਹੜੇ ਤਾਕਤਵਰ ਆਪਣਾ ਇੱਥੇ ਹਲਕੇ ਨੇ, ਉਹਨਾਂ ਨੂੰ ਹੋਣਾ ਚਾਹੀਦਾ ਕਿ ਆਵਾਮ ਨੂੰ ਰਿਲੀਫ ਦੇਣ, ਇੱਕ ਆਮ ਆਦਮੀ ਨੂੰ ਵੀ ਰਿਲੀਫ ਦੇਣ। ਇਲਾਜ ਤੁਹਾਡੀ ਬੁਨਿਆਦੀ ਸਹੂਲਤ ਹੈ, ਆਪਣਾ ਸਿਹਤ ਦੇ ਹਵਾਲੇ ਨਾਲ, ਤਾਲੀਮ ਦੇ ਹਵਾਲੇ ਨਾਲ ਹਰ ਚੀਜ਼ ਨੂੰ ਫੋਕਸ ਕੀਤਾ ਜਾਏ। ਕਿਉਂਕਿ ਜਿਹੜਾ ਗਰੀਬ ਆਦਮੀ ਹੈ, ਤੁਸੀਂ ਉਹਦੀ ਰੋਜ਼ਾਨਾ ਦੀ ਜਿਹੜੀ ਬੁਨਿਆਦ ਤੇ ਉਹਦੀ ਜ਼ਿੰਦਗੀ ਉਹ ਕਿਸ ਤਰ੍ਹਾਂ ਗੁਜ਼ਰ ਰਹੀ ਹੈ, ਤੁਹਾਨੂੰ ਉਸ ਚੀਜ਼ ਦੇ ਬਾਰੇ ਇਲਮ ਨਹੀਂ ਹੈ। ਤੁਸੀਂ ਜੇ ਪ੍ਰੈਕਟੀਕਲੀ ਮਾਸ਼ਰੇ ਦੇ ਵਿੱਚ ਰਹਿੰਦੇ ਹੋ, ਰਹਿ ਕੇ ਵੇਖਦੇ ਹੋ, ਤੁਸੀਂ ਉਹਨਾਂ ਦੀਆਂ ਮੁਸ਼ਕਲਾਤ ਵੇਖਦੇ ਹੋ, ਤੇ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ। ਕਿਉਂਕਿ ਜਿਨ੍ਹਾਂ ਦੇ ਕੋਲ ਵਸਾਇਲ ਨੇ, ਜਿਹੜੇ ਇੱਕ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ, ਉਹਨਾਂ ਦੇ ਵਿੱਚੋਂ ਵੀ ਲੋਕ ਉੱਠ ਕੇ ਇਸ ਚੀਜ਼ ਦਾ ਦਰਦ ਦਿਲ ਰੱਖਦੇ ਨੇ। ਇਸ ਵਾਸਤੇ ਸਾਨੂੰ ਚਾਹੀਦਾ ਵੇ ਕਿ ਅਸੀਂ ਮਿਲ ਕੇ ਇਹਨਾਂ ਦੇ ਨਾਲ ਸ਼ਾਨਾ ਬਿਸ਼ਾਨਾ ਇਹ ਮੁਤਾਲਬਾ ਰੱਖੀਏ ਇੰਤਜ਼ਾਮੀਆ ਅੱਗੇ, ਗੌਰਮੈਂਟ ਅੱਗੇ, ਕਿ ਇਹ ਹਸਪੀਟਲ ਜਿਹੜਾ ਵੇ ਵੀ ਜਿੱਥੇ ਮਰੀਜ਼ ਇੱਕ ਆਉਂਦਾ ਹੈ ਤੇ ਸਿਰਫ ਆਪਣਾ ਵੀ ਇੰਨੀ ਜੀ ਗੱਲ ਹੈ ਜੀ ਕਿ ਬਈ ਇਹਨੂੰ ਗੁਜਰਾਤ ਲੈ ਜਾਓ, ਲਾਹੌਰ ਲੈ ਜਾਓ, ਠੀਕ ਹੈ ਜੀ। ਹੁਣ ਹਰ ਬੰਦੇ ਦੇ ਵਸਾਇਲ ਇਸ ਤਰ੍ਹਾਂ ਨਹੀਂ ਕਿ ਉਹ ਲਾਹੌਰ ਲੈ ਜਾਏ। ਜਲਾਲਪੁਰ ਜੱਟਾਂ ਦੇ ਵਿੱਚ ਉਹਨੂੰ ਲਾਹੌਰ ਵਾਲੀਆਂ ਸਹੂਲੀਅਤ ਮਿਲਣ ਨਾ, ਚਲੋ ਲਾਹੌਰ ਵਾਲੀਆਂ ਮਿਲਣ, ਕੰਮ ਗੁਜਰਾਤ ਵਾਲੀਆਂ ਤੇ ਮਿਲਣ। ਤੇ ਇਹ ਬੁਨਿਆਦੀ ਮਸਲਾ, ਇਹਨੂੰ ਹੱਲ ਹੋਣਾ ਚਾਹੀਦਾ। ਸਾਡਾ ਜਨਾਬ ਭਰਪੂਰ ਮੁਤਾਲਬਾ ਹੈ ਇੰਤਜ਼ਾਮੀਆ ਅੱਗੇ। ਤੇ ਜਿਹੜੇ ਮੌਜੂਦਾ ਜਨਾਬ ਆਪਣਾ ਵੀ ਜਿਹੜੇ ਬੈਠੇ ਨੇ ਬਗੈਰ ਵੋਟਾਂ ਤੋਂ, ਉਹਨਾਂ ਨੂੰ ਜਨਾਬ ਇਹ ਪੈਗਾਮ ਹੈ ਕਿ ਮਿਹਰਬਾਨੀ ਕਰੋ ਤੇ ਇਸ ਜਲਾਲਪੁਰ ਜੱਟਾਂ ਦੀ ਆਵਾਮ ਤੇ ਰਹਿਮ ਕਰੋ ਤੇ ਇਹਨਾਂ ਨੂੰ ਇਹਨਾਂ ਦੇ ਬੁਨਿਆਦੀ ਜਿਹੜੇ ਹਕੂਕ ਨੇ ਕਮ ਸੇ ਕਮ ਉਹ ਤੇ ਦਿਓ। ਤੇ ਬੜੀ ਮਿਹਰਬਾਨੀ ਜਨਾਬ। ਇਸ ਤੋਂ ਬਾਅਦ ਜਨਾਬ ਮੈਂ ਇੰਤਜ਼ਾਮੀਆ ਅੱਗੇ ਇਹ ਰਿਕੁਐਸਟ ਕਰਾਂਗਾ, ਇਹ ਸਾਡੇ ਭਾਈ ਮੌਜੂਦ ਨੇ, ਆਵਾਮ ਅੱਗੇ ਵੀ ਮੈਂ ਜਲਾਲਪੁਰ ਜੱਟਾਂ ਦੇ ਜਿਹੜੇ ਗਿਰਦੋ ਨਵਾਜ਼ ਇਲਾਕੇ ਨੇ, ਉਹਨਾਂ ਨੂੰ ਵੀ ਚਾਹੀਦਾ
ਉਹਨਾਂ ਦੀ ਆਵਾਮ ਨੂੰ ਚਾਹੀਦਾ ਕਿ ਇੱਥੇ ਆ ਕੇ ਇਹਨਾਂ ਦੇ ਧਰਨੇ ਦੇ ਵਿੱਚ ਲਾਜ਼ਮੀ ਇੱਥੇ ਜਨਾਬ ਹਾਜ਼ਰੀ ਲਵਾਓ ਅਤੇ ਸ਼ਿਰਕਤ ਕਰੋ। ਇੱਥੇ ਆਵਾਮ ਨੂੰ ਸਮਝ ਲਓ ਪਤਾ ਲੱਗੇ, ਜਲਾਲਪੁਰ ਦੀ ਇੰਤਜ਼ਾਮੀਆਂ ਨੂੰ ਪਤਾ ਲੱਗੇ, ਡਿਸਟ੍ਰਿਕਟ ਇਰਾਦ ਦੀ ਇੰਤਜ਼ਾਮੀਆਂ ਨੂੰ ਪਤਾ ਲੱਗੇ, ਤਾਂ ਕਿ ਇੱਥੇ ਜਨਾਬ ਜਿਹੜੇ ਹਕੂਕ ਆਵਾਮ ਦੇ ਸਲਬ ਇਹਨਾਂ ਕੀਤੇ ਨੇ, ਜ਼ਬਰਦਸਤੀ ਜਬਰ ਕਰ ਰਹੇ ਨੇ, ਸਮਝ ਆਈਏ ਉਸ ਹਕੂਕ ਨੂੰ ਬੁਲੰਦ ਕੀਤਾ ਜਾਏ, ਸਮਝ ਆਈਏ। ਤੇ ਸਾਰਿਆਂ ਨੂੰ ਜਨਾਬ ਇਹ ਤਹਿਸੀਲ ਹੈਡਕੁਆਟਰ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਸਭ ਤੋਂ ਪਹਿਲਾਂ ਜਨਾਬ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਡਾਕਟਰ ਮੁਦੱਬਰ ਸਾਹਿਬ ਦਾ, ਚੌਧਰੀ ਅਨਸਮ ਜਾਇਦ ਸਾਹਿਬ ਦਾ, ਹੋਰ ਚੌਧਰੀ ਸਰਦਾਰ ਸਾਹਿਬ ਦਾ, ਕਿ ਜਿਨ੍ਹਾਂ ਇਸ ਧਰਨੇ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਹੈ, ਸਮਝ ਲਓ ਇਹਨਾਂ ਆਵਾਜ਼ ਉਠਾਈ ਹੈ ਆਪਣੀ ਆਵਾਮ ਵਾਸਤੇ ਜਨਾਬ। ਇਸ ਤੋਂ ਬਾਅਦ ਆਪਣੇ ਜਿੰਨੇ ਨਾਜ਼ਰੀਨ ਸੁਣਨ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਰੱਬ ਰੱਖਾ। अनस साहब एक सवाल पैदा होता है कि अगर तुसी तहसील हैडकुआटर जिस तरह के खारियां की तो मिसाल दी है, मती बात की मिसाल दी, लेकिन वो रकबे के लिहाज नाल भी उस हिसाब नाल बड़ा वसी किया जाता है। तो तुसी क्या समझदे हो कि क्योंकि यह जिहड़ा साडा हॉस्पिटल है एक ते मेन तुहाडे शहर दे विच अगर कल नूं हैडकुआटर बनदा वे, ठीक है, तो क्या ट्रैफिक के मिसाल बढ़ते नहीं क्योंकि आबादी भी उस तरह बढ़ रही है। तो तुसी समझदे हो जेकर इस जगह ते नहीं बन सकता तो कोई होर मुबादले दी जगह हो सकती है, तुहाडा ऐसा प्लान है? देखो क्योंकि मसाइल तो हर किस्म का देखना ਇਹ ਤੇ ਇੰਤਜ਼ਾਮੀਆਂ ਨੂੰ ਦੇਖੋ ਚਾਹੀਦਾ। ਵੈਸੇ ਇਹ ਤੇ ਗੱਲ ਬੜੀ ਵਾਜ਼ਿਬ ਹੈ, ਇਹ ਸਿਵਲ ਹਸਪੀਟਲ ਇੱਥੇ ਤੇ ਨਹੀਂ ਬਣ ਸਕਦਾ। ਜੀ ਜੀ ਤਹਿਸੀਲ ਹੈਡਕੁਆਟਰ ਇਹਨੂੰ ਜ਼ਾਹਿਰ ਹੈ ਕਿ ਸ਼ਹਿਰ ਤੋਂ ਬਾਹਰ ਕਿਸੇ ਜਗ੍ਹਾ ਬਣਾਇਆ ਜਾਏਗਾ, ਲੇਕਿਨ ਸਾਡਾ ਇਹ ਮੁਤਾਲਬਾ ਹੈ ਨੇ ਬੜਾ ਵਾਜ਼ਿਬ ਕਿ ਸ਼ਹਿਰ ਤੋਂ ਬਾਹਰ ਤੋਂ ਮੁਰਾਦ ਹੈ ਨਹੀਂ ਕਿ ਕਿਸੇ ਦੂਰ ਦਰਾਜ਼ ਪਿੰਡ ਵਿੱਚ ਜਾ ਕੇ ਜੀ 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 ਇਹਨੂੰ ਸ਼ਹਿਰ ਦੇ ਬਾਈਪਾਸ ਤੇ ਬੇਸ਼ੁਮਾਰ ਰੋਡ ਹੈ, ਖਾੜੀਆਂ ਤੁਹਾਡਾ ਸਿਆਲਕੋਟ ਰੋਡ ਨਵਾਂ ਨਿਕਲਿਆ, ਇੱਥੇ ਜਿਹੜਾ ਹੈ ਉਹ ਜਗ੍ਹਾ ਕੋਈ ਐਕਵਾਇਰ ਕੀਤੀ ਜਾਏ ਔਰ ਇੱਥੇ ਤਹਿਸੀਲ ਹੈਡਕੁਆਟਰ ਹਸਪੀਟਲ ਵੱਡਾ ਬਣਾਇਆ ਜਾਏ। ਇਹ ਤੇ ਜ਼ਾਹਿਰ ਹੈ ਇਹ ਤੇ ਸਿਵਲ ਹਸਪੀਟਲ ਦੇ ਵਿੱਚ ਤੇ ਇੰਨੀ ਜਗ੍ਹਾ ਹੀ ਨਹੀਂ ਹੈ, ਤੇ ਬਿਲਕੁਲ ਨਾਮੁਮਕਿਨ ਹੈ, ਇੱਥੇ ਤੇ ਉਹ ਬਣਨਾ ਵੀ ਨਹੀਂ ਹੈ ਨਾ ਕੋਈ ਹੋਰ ਜਗ੍ਹਾ ਸੋਚੀ ਹੈ। ਔਰ ਅਸੀਂ ਇਹ ਮੁਤਾਲਬਾ ਕਰਦੇ ਹਾਂ ਕਿ ਸ਼ਹਿਰ ਦੇ ਬਾਹਰ ਵਾਲੇ ਪਾਸੇ ਜਿਹੜਾ ਬਾਈਪਾਸ ਹੈ ਉੱਥੇ ਬਣਾਇਆ ਜਾਏ। अच्छा दूसरी गल है वे कि तुसी कुछ दिन पहला रोड के उत्ते एहतजाज किया अपने जमात इस्लामी के नाल लैके, लेकिन तासर इलाके दे विच ओह पाया गया वे, यानी कि तुसी कह सकते हो कि गल एक दित्ती गई है लोकां नूं कि यह जमात इस्लामी अपने आप नूं प्रमोट करने वास्ते या उम्मीदवारां दे अपने उम्मीदवारां नूं प्रमोट करने वास्ते अपने लोगो दे नाल जिहड़ा है ओह जमात इस्लामी ने कोई लोकां ने एहतजाज किया। इन्हां दा मकसद जिहड़ा ओह रोड बनवाना नहीं, इन्हां दा मकसद अपनी सियासी साख ਨੂੰ ਮਜ਼ਬੂਤ ਕਰਨਾ ਹੈ। ਇਹਦੇ ਵੱਲ ਨਾ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪਹਿਲੀ ਗੱਲ ਹੈ ਕਿ ਜਮਹੂਰੀ ਮੁਆਸ਼ਰਿਆਂ ਦੇ ਵਿੱਚ ਸਿਆਸੀ ਜਮਾਤਾਂ ਦੇ ਕੁਝ ਰੋਲ ਹੁੰਦੇ ਨੇ। ਸਿਆਸੀ ਜਮਾਤਾਂ ਨੂੰ ਅਗਰ ਆਵਾਮ ਵੋਟ ਦੇ ਕੇ ਮੁੰਤਖਬ ਕਰ ਲੈਣ ਤੇ ਫਿਰ ਉਹ ਹਕੂਮਤਾਂ ਹੀ ਚਮਦੇ ਨੇ ਔਰ ਇਦਾਰਿਆਂ ਤੇ ਸਾਡੇ ਜਿਹੜੇ ਇਦਾਰੇ ਨੇ ਨਾ ਸਾਰੇ ਸਿਹਤ ਦਾ ਮਹਿਕਮਾ ਹੈ, ਸਾਡਾ ਰੈਵਨਿਊ ਦਾ ਮਹਿਕਮਾ ਹੈ, ਸਾਡੇ ਹਾਈਵੇਜ਼ ਦੇ ਸਾਰੇ ਮਹਿਕਮੇ ਕੰਮ ਕਰ ਰਹੇ ਨੇ। ਇਹਨਾਂ ਦੇ ਉੱਤੇ ਜਿਹਨਾਂ ਲੋਕਾਂ ਨੂੰ ਲੋਕ ਜਦੋਂ ਮੁੰਤਖਬ ਕਰ ਲੈਂਦੇ ਨੇ ਉਹ ਉੱਤੇ ਆ ਕੇ ਹਕੂਮਤ ਦੇ ਮਨਸਬ ਤੇ ਆਉਂਦੇ ਨੇ ਔਰ ਇਹਨਾਂ ਇਦਾਰਿਆਂ ਨੂੰ ਲੈ ਕੇ ਚੱਲਦੇ ਨੇ, ਇਹਨਾਂ ਤੇ ਨਜ਼ਰ ਰੱਖਦੇ ਨੇ, ਇਹਨਾਂ ਨੂੰ ਕੰਮ ਲੈਂਦੇ ਨੇ। ਲੇਕਿਨ ਜਿਨ੍ਹਾਂ ਲੋਕਾਂ ਜਿਹੜੇ ਲੋਕ ਮੁੰਤਖਬ ਨਹੀਂ ਹੋ ਪਾਉਂਦੇ, ਜਿਹੜੀ ਸਿਆਸੀ ਪਾਰਟੀਆਂ ਥੋੜੇ ਵੋਟ ਲੈ ਕੇ ਰਹਿੰਦੀਆਂ ਨੇ, ਉਹਨਾਂ ਕੋਲ ਫਿਰ ਆਪੋਜੀਸ਼ਨ ਦਾ ਕਿਰਦਾਰ ਹੁੰਦਾ ਹੈ। ਉਹਨਾਂ ਦਾ ਇਹ ਡਿਊਟੀ ਔਰ ਫਰਜ਼ ਹੁੰਦੀ ਹੈ ਕਿ ਆਵਾਮ ਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਵੇਖਣ, ਉਹਨਾਂ ਨੂੰ ਉਜਾਗਰ ਕਰਨ ਔਰ ਇਦਾਰਿਆਂ ਤੇ ਨਜ਼ਰ ਰੱਖਣ ਕਿ ਸਹੀ ਕੰਮ ਕਰ ਰਹੇ ਨੇ ਨਹੀਂ ਕਰ ਰਹੇ, ਹਕੂਮਤਾਂ ਤੇ ਨਜ਼ਰ ਰੱਖਣ। ਇਹ ਸਾਡੀ ਡਿਊਟੀ ਹੈ। ਦੇਖੋ ਮਸਲਾ ਹੈ ਵੇ ਕਿ ਸਾਡੇ ਇੱਥੇ ਕੋਈ ਵੀ ਕੀ ਆਪੋਜੀਸ਼ਨ ਅਦਾ ਨਹੀਂ ਕਰਦਾ, ਕਿਸੇ ਨੂੰ ਪਤਾ ਹੀ ਨਹੀਂ ਆਪੋਜੀਸ਼ਨ ਦਾ ਅਸਲ ਕਿਰਦਾਰ। ਆਪੋਜੀਸ਼ਨ ਪਾਰਟੀਆਂ ਦਾ ਅਸਲ ਕਿਰਦਾਰ ਹੀ ਹੈ ਵੇ ਕਿ ਆਵਾਮ ਦੇ ਕੀ ਮਸਾਇਲ ਦੇ ਉੱਤੇ ਜਦੋਜਹਿਦ ਕੀਤੀ ਜਾਏ, ਕੋਸ਼ਿਸ਼ ਕੀਤੀ ਜਾਏ। ਬਾਕੀ ਇੰਤਖਾਬਾਤ ਜਦੋਂ ਆਵਣਗੇ ਫਿਰ ਅਸੀਂ ਵੀ ਆਵਾਂਗੇ, ਸਾਰੇ ਆਵਣਗੇ, ਆਵਾਮ ਦੀ ਮਰਜ਼ੀ ਜਿਹਨੂੰ ਮਰਜ਼ੀ ਵੋਟ ਤੇ। ਅਸਲ ਸਾਡੀ ਡਿਊਟੀ ਹੈ ਵੇ, ਅਗਰ ਇਹ ਵੀ ਅਸੀਂ ਨਹੀਂ ਕਰਾਂਗੇ ਤਾਂ ਫਿਰ ਅਸੀਂ ਕੀ ਕਰਾਂਗੇ, ਕੀ ਕਰੀਏ? ਦੇਖੋ ਨਾ ਇਹ ਤੇ ਸਾਡੀ ਡਿਊਟੀ ਹੈ ਤੇ ਸਾ ਕਰਨਾ ਹੀ ਕਰਨਾ। ਇਸ ਵੇਲੇ ਤੇ ਕੋਈ ਇਲੈਕਸ਼ਨ ਨਹੀਂ ਹੁੰਦੇ ਪਏ ਜੀ ਤੇ ਜਮਾਤ ਇਸਲਾਮੀ ਕੋ ਵੋਟ ਲੈਣਾ ਚਾਹੁੰਦੀ ਹੈ। ਇਹ ਗੱਲ ਨੂੰ ਬਾਰੇ ਸਮਝਾ ਪਵੇਗਾ, ਬਹੁਤ ਵੱਡਾ ਮਕਸਦ ਹੈ ਰੋਡ ਜਾਂ ਹਸਪੀਟਲ ਦੇ ਪਾਸੇ। ਤੁਸੀਂ ਮੈਨੂੰ ਦੱਸੋ ਪਾਕਿਸਤਾਨ ਦੇ ਵਿੱਚ ਕਿਹਾ ਹੈ ਸੂਰਤ-ਏ-ਹਾਲ ਹੈ ਵੇ ਕਿ ਇੱਕ ਆਮ ਬੰਦਾ ਉੱਠ ਕੇ ਇhtਜਾਜ ਸ਼ੁਰੂ ਕਰੇ ਤਾਂ ਇhtਜਾਜ ਕਰ ਸਕੇਗਾ? ਨਹੀਂ ਕਰ ਸਕੇਗਾ। ਉਹਦੇ ਵਾਸਤੇ ਕਿਸੇ ਪਲੇਟਫਾਰਮ ਦੀ ਜ਼ਰੂਰਤ ਹੋਵੇਗੀ ਔਰ ਅਗਰ ਉਹ ਪਲੇਟਫਾਰਮ ਇਹ ਦਿੰਦੇ ਕਾਫ ਲੀਗ, ਨੂਨ ਲੀਗ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਤਾਂ ਪਲੇਟਫਾਰਮ ਦੇ ਜ਼ਰੂਰਤ ਕੋਈ ਨਹੀਂ, ਉਹ ਤਾਂ ਡਾਇਰੈਕਟ ਬਣਵਾ ਦੇਣ, ਇਕਤਦਾਰ ਦੇ ਵਿੱਚ ਨੇ। ਔਰ ਚੂੰਕਿ ਉਹਨਾਂ ਤੇ ਕਿਆਮਤ ਤੱਕ ਕੋਈ ਪਲੇਟਫਾਰਮ ਦੇਣਾ ਨਹੀਂ, ਅਗਰ ਉਹ ਸੁਬਾ ਪਲੇਟਫਾਰਮ ਦੇਣ ਸਾਰੇ ਤੋਂ ਪਹਿਲਾਂ ਜਮਾਤ ਇਸਲਾਮੀ ਉਹਨਾਂ ਦੇ ਝੰਡੇ ਤੋਂ ਥੱਲੇ ਜਿੱਦ ਕਰੇ। ਔਰ ਚੂੰਕਿ ਉਹਨਾਂ ਦਾ ਪਲੇਟਫਾਰਮ ਦੇਣਾ ਨਹੀਂ, ਇਸ ਵਾਸਤੇ ਖੁਦ ਵੀ ਨਾ ਕਰਨਾ ਔਰ ਜਿਹੜਾ ਕੋਈ ਕਰਦਾ ਪਿਆ ਉਹਨੂੰ ਕੋਈ ਸਾਥੀ ਇਤਰਾਜ਼ ਕਰੇ ਤੇ ਸਵਾਲ ਹੈ ਆਪਸ ਦੀ ਗੱਲ ਹੈ ਕਿ ਦੇਖੋ ਤੁਸੀਂ ਰੋਡ ਵਾਸਤੇ ਇhtਜਾਜ ਕੀਤਾ, ਇਸ ਤੋਂ ਪਹਿਲਾਂ ਮੈਂ ਵੀ ਜਦੋਂ ਇਹ ਰੋਡ ਇੱਕ ਸਾਲ ਹੀ ਹੋਇਆ ਸੀ ਤੇ ਕਾਫੀ ਆਵਾਜ਼ ਉਠਾਈ ਸੀ ਸੋਸ਼ਲ ਮੀਡੀਆ ਤੇ ਵੀ, ਲੇਕਿਨ ਲੋਕਾਂ ਨੇ ਉਸ ਦਾ ਜਵਾਬ ਨਹੀਂ ਦਿੱਤਾ। ਤੁਸੀਂ ਅਗਰ ਵੇਖੋ ਤਾਂ ਲੋਕ ਬੜੇ ਖੁਸ਼ਹਾਲੀ ਨਾਲ ਉਦੋਂ ਗੱਡੀਆਂ ਵੀ ਗੁਜ਼ਰ ਰਹੀਆਂ ਨੇ, ਮੋਟਰਸਾਈਕਲ ਵੀ ਗੁਜ਼ਰ ਰਹੇ ਨੇ, ਤੇ ਤੁਸੀਂ ਸਮਝਦੇ ਨਹੀਂ ਕਿ ਉਹਨਾਂ ਲੋਕਾਂ ਨੂੰ ਕੋਈ ਫਿਕਰ
ਵਕਤ ਕੋਈ ਨਹੀਂ ਹੈ ਪਬਲਿਕ ਨੂੰ ਨਿਕਲਣਾ ਚਾਹੀਦਾ ਪੈ ਗਈ ਹੈ ਕਿ ਇੰਨੀ ਰੋਡ ਦੇ ਉੱਤੇ ਨਿਕਲਣਾ ਆਪਣਾ ਟਾਈਮ ਕੱਢਣਾ ਠੀਕ ਹੈ ਆਪਣਾ ਕੀਮਤੀ ਹਰ ਇਨਸਾਨ ਦੀ ਮਸੂਲੀਅਤ ਹੁੰਦੀ ਹੈ ਤੇ ਤੁਹਾਨੂੰ ਕਦੀ ਜ਼ਰੂਰਤ ਪੈ ਗਈ ਕੌਮਾਂ ਦੇ ਵਿੱਚ ਨਾ ਤੁਹਾਡਾ ਗੁਜ਼ਰਨਾ ਵੀ ਉਦੋਂ ਘੱਟ ਹੈ ਕੌਮਾਂ ਦੇ ਵਿੱਚ ਸਾਰੀ ਵਾਮ ਲਾ ਤਲਕ ਹੁੰਦੀ ਜੀ ਜੀ 2024 ਦੇ ਇੰਤਖਾਬਾਤ ਦੇ ਵਿੱਚ ਜਿਹਨਾਂ ਲੋਕਾਂ ਨੂੰ 80% ਮੈਂਡੇਟ ਲੱਭਿਆ ਉਹਨਾਂ ਕੋਲ ਖੋ ਲਿਆ ਗਿਆ ਆਵਾਮ ਨਿਕਲੀ ਜੀ ਆਵਾਮ ਦਾ ਤਲਕ ਨਹੀਂ ਜੀ ਆਵਾਮ ਨੇ ਇੱਕ ਮਹਿਸੂਸ ਲਿਖਣਾ ਅਸਲ ਜ਼ਿੰਮੇਦਾਰ ਜਿਹੜੇ ਨੇ ਨਾ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਬਲਦਿਆਤੀ ਲੈਵਲ ਤੇ ਸ਼ਹਿਰ ਦੇ ਲੈਵਲ ਤੇ ਕਿਸੇ ਕਦਰੇ ਗ੍ਰਾਸ ਰੂਟ ਲੈਵਲ ਤੇ ਉਹ ਆਪਣੇ ਆਪ ਨੂੰ ਸਿਆਸੀ ਕਹਿੰਦੇ ਨਹੀਂ ਉਹਦੀ ਆਵਾਜ਼ ਦੌੜਾਉਣ ਦੇ ਹੱਥਾਂ ਦੇ ਵਿੱਚ ਜੀ ਜੀ ਮੈਂ ਸਮਝਦਾ ਵਾਂ ਕਿ ਜਿਹੜੇ ਮਸਲਾ ਸਾਨੂੰ ਤਹਿਸੀਲ 40 ਸਾਲ ਤੋਂ ਨਹੀਂ ਲੱਭੀ ਜਿਹਦੀ ਵਜ੍ਹਾ ਤੋਂ ਇਹ ਸਾਰਾ ਮਸਲਾ ਹੈ ਜੀ ਜੀ ਜਾਂ 30 ਸਾਲ ਤੋਂ ਨਹੀਂ ਲੱਭੀ ਜਲਾਲਪੁਰ ਜੱਟਾਂ ਦੇ ਕੋਈ ਵੀ ਮਾਇਦੀਨ 10 ਮਾਇਦੀਨ ਮੈਂ ਆਖਣਾ ਪਿਆ ਵਾ 6 ਲੱਖ ਦੀ ਵਾਦੀ ਇਹਨਾਂ ਮੂਰਤੀ ਵੀ ਨੁਮਾਇੰਦਿਆਂ ਵਾਸਤੇ ਅੱਗੇ ਮੁਤਾਲਬਾ ਰੱਖ ਕੇ ਬਹਿ ਜਾਂਦੇ ਕਿ ਸਾਨੂੰ ਚਾਹੀਦਾ ਵੇ ਤੇ 30 ਸਾਲ ਪਹਿਲੇ ਲੱਭ ਜਾਣਾ ਜਿਹੜਾ ਕੰਮ 30 ਸਾਲ ਨਹੀਂ ਹੋਇਆ ਅਸੀਂ ਨਿਕਲੇ ਆ ਤੁਸੀਂ ਵੇਖੋਗੇ ਤਹਿਸੀਲ ਹੈਡਕੁਆਟਰ ਹਸਪੀਟਲ ਵੀ ਲੱਭੇਗਾ ਤੇ ਅਨੰਦ ਪੰਚਾਇਤ ਸਾਹਿਬ ਰੋਡ ਦੇ ਉੱਤੇ ਕੰਮ ਕਰਦੇ ਫਿਰ ਰੋਡ ਵੀ ਬਣੇਗੀ ਇਨਸ਼ਾਅੱਲਾ ਇਹ ਤੁਸੀਂ ਵੇਖੋਗੇ ਅਗਲੇ ਕੋਈ ਇਨਸ਼ਾਅੱਲਾ ਹਫ਼ਤਿਆਂ ਦੇ ਵਿੱਚ ਇੱਥੇ 20 ਬੈੱਡ ਦਾ ਹਸਪੀਟਲ ਵੀ ਤਹਿਸੀਲ ਬਣੇਗਾ ਔਰ ਐਮਰਜੈਂਸੀ ਵੀ ਬਣੇਗੀ ਨਹੀਂ ਬਣ ਲਗੇ ਅਸੀਂ ਰੋਜ਼ ਭਵਾਂਗੇ ਇਨਸ਼ਾਅੱਲਾ ਜਨਾਬ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਇਕੱਲੇ ਪਵੀ ਹੈ ਸਾਨੂੰ ਇਸ ਟਾਈਮ ਡਾਕਟਰ ਮੁਹੰਮਦ ਸਾਹਿਬ ਬਹੁਤ ਉਠਾਣਾ ਸਾਡਾ ਇਨਸ਼ਾਅੱਲਾ ਅਸੀਂ ਨਾਲ ਜਿਹੜਾ ਨਾ ਇਸ ਤਰ੍ਹਾਂ ਅਪਡੇਟ ਕਰਦੇ ਰਵਾਂਗੇ ਸਾਂਝਾ ਜਲਾਲਪੁਰ ਜੱਟਾਂ ਦੇ ਨਾਲ ਇਜਾਜ਼ਤ ਦਿਓ